ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਫਿਰ ਤੁਹਾਡੇ ਵਾਸਤੇ ਤੁਹਾਡੇ ਆਪਣੇ ਚੈਨਲ ਪਾਵਰ ਆਫ ਗੁਰਬਾਣੀ ਦੇ ਉੱਤੇ ਇੱਕ ਹੋਰ ਵਿਸ਼ਾ ਲੈ ਕੇ ਆਏ ਹਾਂ। ਇਹ ਵਿਸ਼ਾ ਵੀ ਮੂਲ ਮੰਤਰ ਦੀ ਪਾਵਰ ਦੇ ਨਾਲ ਸੰਬੰਧਿਤ ਹੈ। ਇਹ ਵਿਸ਼ਾ ਹੈ ਮੂਲ ਮੰਤਰ ਨਾਲ ਆਕੜੇ ਤੇ ਜੁੜੇ ਹੋਏ ਸਰੀਰ ਠੀਕ ਹੋ ਜਾਂਦੇ ਹਨ। ਮੂਲ ਮੰਤਰ ਨਾਲ ਆਕੜੇ ਤੇ ਜੁੜੇ ਹੋਏ ਸਰੀਰ ਠੀਕ ਹੋ ਜਾਂਦੇ ਹਨ। ਸੋ ਦੋਸਤੋ, ਨਵਾਂ ਚੈਨਲ ਹੈ, ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਲਾਈਕ ਕਰੋ ਔਰ ਧਿਆਨ ਦੇ ਨਾਲ ਸੁਣੋ ਵੀ। ਸੋ ਆਓ ਆਪਾਂ ਸ਼ੁਰੂ ਕਰਦੇ ਹਾਂ ਕਿ ਮੂਲ ਮੰਤਰ ਦੇ ਨਾਲ ਬਿਮਾਰੀ ਦੇ ਨਾਲ ਜੁੜੇ ਹੋਏ ਸਰੀਰ, ਬਿਮਾਰੀ ਕਾਰਨ ਜੁੜੇ ਹੋਏ ਸਰੀਰ, ਆਕੜੇ ਹੋਏ ਸਰੀਰ, ਜਾਂ ਕਿਸੇ ਹੋਰ ਕਾਰਨਾਂ ਕਰਕੇ ਜਿਸ ਨੂੰ ਅਸੀਂ ਬਲੈਕ ਮੈਜਿਕ ਕਹਿ ਦਿੰਦੇ ਹਾਂ, ਕਾਲਾ ਜਾਦੂ, ਭੂਤ ਪ੍ਰੇਤ, ਇਹੋ ਜਿਹੀਆਂ ਗੱਲਾਂ ਵੀ ਸੰਸਾਰ ਵਿੱਚ ਚੱਲਦੀਆਂ ਹਨ। ਸੋ ਕੋਈ ਵੀ ਬਿਮਾਰੀ ਹੋਵੇ, ਕਿਸੇ ਤਰੀਕੇ ਦੇ ਨਾਲ ਜੁੜਿਆ ਹੋਇਆ ਸਰੀਰ, ਆਕੜਿਆ ਹੋਇਆ ਸਰੀਰ ਮੂਲ ਮੰਤਰ ਦੀ ਪਾਵਰ ਦੇ ਨਾਲ ਠੀਕ ਹੋ ਜਾਂਦਾ ਹੈ। ਸ਼ੁਰੂ ਕਰਦੇ ਹਾਂ ਆਪਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਵਾਰਤਾ ਤਕਰੀਬਨ 1998 ਦੀ ਆ, 1998। ਮਲੋਟ ਮੰਡੀ ਦੇ ਨਾਲ ਲੱਗਦੇ ਪਿੰਡ ਅਸਪਾਲਾਂ ਦੇ ਰਹਿਣ ਵਾਲੇ ਸਰਦਾਰ ਅਰਵਿੰਦਰ ਸਿੰਘ ਬੱਬਣ ਉਹਨਾਂ ਦਾ ਛੋਟਾ ਨਾਮ ਸੀ। ਉਹ ਇੱਕ ਦਿਨ ਆਪਣੀ ਪਤਨੀ ਪਰਮਜੀਤ ਕੌਰ ਨੂੰ ਆਪਣੀ ਮਹਿੰਦਰਾ ਜੀਪ ਵਿੱਚ ਲੰਮਿਆਂ ਪਾ ਕੇ ਮੇਰੇ ਕੋਲ ਲੈ ਕੇ ਆਏ। ਉਸ ਦਾ ਸਰੀਰ ਬਿਲਕੁਲ ਜੁੜ ਚੁੱਕਿਆ ਸੀ, ਸਟਕ ਹੋ ਚੁੱਕਿਆ ਸੀ। ਉਸ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਸਨ, ਉਸ ਦੀਆਂ ਬਾਹਾਂ ਹੱਥ ਵੀ ਕੰਮ ਨਹੀਂ ਕਰਦੇ ਸਨ। ਬੱਬਣ ਦੇ ਨਾਲ ਆਏ 2-3 ਜਣੇ ਹੋਰ ਸਨ। ਬੱਬਣ ਦੀ ਪਤਨੀ ਨੂੰ 2 ਜਣਿਆਂ ਨੇ ਮੋਢਿਆਂ ਦਾ ਸਹਾਰਾ ਦੇ ਕੇ ਬੜੀ ਮੁਸ਼ਕਲ ਨਾਲ ਮੇਰੇ ਤੱਕ ਲਿਆਂਦਾ ਅਤੇ ਮੇਰੇ ਸਾਹਮਣੇ ਲੰਮਿਆਂ ਪਾ ਦਿੱਤਾ। ਮੈਂ ਪੁੱਛਿਆ ਕਿ ਇਸ ਨੂੰ ਕੀ ਹੋਇਆ। ਉਹਨਾਂ ਨੇ ਦੱਸਿਆ ਕਿ 1 ਮਹੀਨੇ ਤੋਂ ਉੱਤੇ ਹੋ ਗਿਆ, ਨਾ ਤਾਂ ਇਸ ਦੀਆਂ ਲੱਤਾਂ ਕੰਮ ਕਰਦੀਆਂ ਹਨ ਅਤੇ ਨਾ ਹੀ ਹੱਥ ਕੰਮ ਕਰਦੇ ਹਨ। ਅਸੀਂ ਇਸ ਦਾ ਬਹੁਤ ਇਲਾਜ ਕਰਵਾ ਲਿਆ, ਬਹੁਤ ਸਾਰੇ ਹਸਪਤਾਲਾਂ ਵਿੱਚ ਜਾ ਕੇ ਟਰੀਟਮੈਂਟ ਕਰਵਾਇਆ। ਬਹੁਤੇ ਲੋਕਾਂ ਨੇ ਕਿਹਾ ਕਿ ਇਸ ਨੂੰ ਬੁਰੀਆਂ ਆਤਮਾਵਾਂ ਚੁੰਬੜੀਆਂ ਹੋਈਆਂ। ਅਸੀਂ ਹੋਰ ਆਸੇ-ਪਾਸੇ ਵੀ ਗਏ ਪਰ ਕਿਤੋਂ ਕੋਈ ਫਰਕ ਨਹੀਂ ਪਿਆ। ਜੰਗਲ ਪਾਣੀ ਵੀ ਚੁੱਕ ਕੇ ਲੈ ਕੇ ਜਾਂਦੇ ਹਾਂ ਅਤੇ ਰੋਟੀ ਵੀ ਆਪਣੇ ਹੱਥਾਂ ਨਾਲ ਹੀ ਖਵਾਉਂਦੇ ਹਾਂ। ਮੈਂ ਉਸ ਇਸਤਰੀ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਦੇਖਿਆ ਅਤੇ ਉਹਨਾਂ ਨੂੰ ਆਖਿਆ ਕਿ ਇਸ ਦਾ ਇਲਾਜ ਇੱਥੇ ਨਹੀਂ ਹੋਣਾ। 2 ਦਿਨਾਂ ਬਾਅਦ ਮੈਂ ਤੁਹਾਡੇ ਘਰ ਆਵਾਂਗਾ ਅਤੇ ਉੱਥੇ ਹੀ ਇਸ ਦਾ ਇਲਾਜ ਕਰਾਂਗਾ। 2 ਦਿਨਾਂ ਬਾਅਦ ਤੁਸੀਂ ਮੈਨੂੰ ਆ ਕੇ ਲੈ ਜਾਇਓ। ਫਿਰ ਮੈਂ ਉਹਨਾਂ ਨੂੰ ਇੱਕ ਕੋਰੇ ਕਾਗਜ਼ ਉੱਤੇ
ਕੇਸਰ ਦੇ ਨਾਲ ਮੂਲ ਮੰਤਰ ਲਿਖ ਦਿੱਤਾ ਅਤੇ ਆਖਿਆ ਕਿ ਇਸ ਨੂੰ ਇਸ ਦੇ ਸਿਰਹਾਣੇ ਰੱਖ ਦੇਣਾ ਅਤੇ ਦਿਨ ਵਿੱਚ 3 ਵਾਰ ਇਸ ਨੂੰ ਪੜ੍ਹਾਉਣਾ ਵੀ ਹੈ। ਪੜ੍ਹ ਤਾਂ ਆਪੇ ਲਏਗੀ, ਪਰ ਇਹ ਕਾਗਜ਼ ਨੂੰ ਉਸ ਦੇ ਸਾਹਮਣੇ ਕਰ ਦਿਆ ਕਰੋ 2-3 ਵਾਰ ਦਿਨ ਦੇ ਵਿੱਚ, ਤਾਂ 5 ਵਾਰੀ ਜਾਂ 11 ਵਾਰੀ ਪੜ੍ਹ ਲਿਆ ਕਰੂਗੀ। ਇਸ ਦੇ ਨਾਲ ਹੀ ਮੈਂ ਨੀਲੀ ਸਿਆਹੀ ਨਾਲ ਬਰੀਕ ਬਰੀਕ ਅੱਖਰਾਂ ਵਿੱਚ 5 ਛੋਟੇ ਛੋਟੇ ਜਿਹੇ ਕਾਗਜ਼ਾਂ ਉੱਤੇ ਮੂਲ ਮੰਤਰ ਲਿਖ ਕੇ ਦਿੱਤਾ ਅਤੇ ਆਖਿਆ ਕਿ ਸਵੇਰੇ ਸ਼ਾਮ ਪਰਮਜੀਤ ਦਾ 5 ਇਸ਼ਨਾਨਾ ਕਰਵਾ ਕੇ ਇੱਕ ਮੂਲ ਮੰਤਰ ਪਾਣੀ ਵਿੱਚ ਘੋਲ ਕੇ ਸਵੇਰੇ ਪਿਲਾਉਣਾ ਹੈ ਅਤੇ ਇੱਕ ਸ਼ਾਮ ਨੂੰ ਪਿਲਾਉਣਾ। ਸਵੇਰੇ 5 ਇਸ਼ਨਾਨਾ ਕਰਾ ਕੇ ਇੱਕ ਮੂਲ ਮੰਤਰ ਨੂੰ ਪਾਣੀ ਵਿੱਚ ਘੋਲ ਕੇ ਇਸ ਲੜਕੀ ਨੂੰ ਪਿਆ ਦੇਣਾ। ਸ਼ਾਮ ਨੂੰ ਫਿਰ 5 ਇਸ਼ਨਾਨਾ ਕਰਵਾ ਕੇ ਦੂਜਾ ਮੂਲ ਮੰਤਰ ਪਾਣੀ ਵਿੱਚ ਘੋਲ ਕੇ ਪਿਲਾਉਣਾ। 2 ਦਿਨਾਂ ਬਾਅਦ ਮੈਂ ਆ ਜਾਵਾਂਗਾ। ਇਸ ਦੇ ਨਾਲ ਮੈਂ ਇਹ ਵੀ ਕਿਹਾ ਕਿ ਅਮਰਵੇਲ ਨਾਮ ਦੀ ਬੂਟੀ ਜੋ ਹੁੰਦੀ ਹੈ ਤੁਹਾਨੂੰ ਖੇਤਾਂ ਦੇ ਵਿੱਚੋਂ ਮਿਲ ਜਾਏਗੀ। ਅਮਰਵੇਲ ਨਾਮ ਦੀ ਬੂਟੀ ਤੁਹਾਨੂੰ ਖੇਤਾਂ ਵਿੱਚੋਂ ਮਿਲ ਜਾਏ ਤਾਂ 2 ਕਿਲੋ ਲਿਆ ਕੇ ਰੱਖ ਲੈਣਾ। ਮੈਂ ਵੀ ਕੋਸ਼ਿਸ਼ ਕਰਾਂਗਾ ਜੇ ਇੱਥੋਂ ਕਿਤੋਂ ਮਿਲ ਜਾਏ ਤਾਂ। ਇਹ ਅਮਰਵੇਲ ਬੂਟੀ ਪੰਜਾਬ ਦੇ ਖੇਤਾਂ ਵਿੱਚ ਲੱਗੇ ਝਾੜ ਮਲਿਆਂ ਜਾਂ ਦਰਖਤਾਂ ਉੱਤੋਂ ਆਮ ਹੀ ਮਿਲ ਜਾਂਦੀ ਹੈ ਅਤੇ ਇਹ ਪੀਲੇ ਰੰਗ ਦੀ ਹੁੰਦੀ ਹੈ। ਖੈਰ 2 ਦਿਨਾਂ ਬਾਅਦ ਆ ਕੇ ਉਹ ਮੈਨੂੰ ਲੈ ਗਏ। ਅਮਰਵੇਲ ਦਾ ਤਾਂ ਮੈਂ ਇੰਤਜ਼ਾਮ ਕਰ ਲਿਆ ਸੀ ਅਤੇ ਉਹਨਾਂ ਨੇ ਵੀ ਕਰ ਲਿਆ ਸੀ। ਮੇਰੇ ਨਾਲ ਮੇਰੇ 2 ਸਾਥੀ ਵੀ ਸਨ, ਜੋਗਾ ਸਿੰਘ ਤੇ ਦਰਸ਼ਨ ਸਿੰਘ, ਜੋ ਵੇਲੇ ਕੁਵੇਲੇ ਇਹੋ ਜਿਹੇ ਕੰਮਾਂ ਵਿੱਚ ਮੇਰੀ ਸਹਾਇਤਾ ਤੇ ਮਦਦ ਕਰਦੇ ਸਨ। ਮੈਂ ਬੱਬਣ ਦੇ ਘਰ ਜਾ ਕੇ ਪਹਿਲਾਂ ਕੇਸੀ ਇਸ਼ਨਾਨ ਕੀਤਾ ਅਤੇ ਫਿਰ ਮੇਰੇ ਸਾਥੀਆਂ ਨੇ ਇੱਕ ਵੱਡੇ ਸਾਰੇ ਦੇਗਚੇ ਵਿੱਚ 40 ਕਿਲੋ ਪਾਣੀ ਪਾ ਕੇ ਉਸ ਵਿੱਚ ਅਮਰਵੇਲ ਬੂਟੀ ਸੁੱਟ ਕੇ ਚੰਗੀ ਤਰ੍ਹਾਂ ਉਸ ਨੂੰ ਉਬਾਲਿਆ। ਜਦੋਂ ਪਾਣੀ ਅੱਧਾ ਰਹਿ ਗਿਆ, ਭਾਵ ਕਿ 20 ਕਿਲੋ ਦੇ ਕਰੀਬ ਅੱਧਾ ਕੁ ਪਾਣੀ ਰਹਿ ਗਿਆ, ਤਾਂ ਉਸ ਪਾਣੀ ਨੂੰ ਠੰਡਾ ਹੋਣ ਲਈ ਰੱਖ ਦਿੱਤਾ। ਜਦੋਂ ਪਾਣੀ ਗੁਣਗੁਣਾ ਜਿਹਾ ਹੋ ਗਿਆ, ਭਾਵ ਕੋਸੇ ਨਾਲ ਥੋੜ੍ਹਾ ਜਿਹਾ ਜ਼ਿਆਦਾ ਗਰਮ ਰਹਿ ਗਿਆ, ਤਾਂ ਉਹਨਾਂ ਦੇ ਘਰ ਦੀਆਂ 2 ਬੀਬੀਆਂ ਨੇ ਪਰਮਜੀਤ ਨੂੰ ਬਾਥਰੂਮ ਵਿੱਚ ਲਿਜਾ ਕੇ ਉਸ ਪਾਣੀ ਦੇ ਨਾਲ ਇਸ਼ਨਾਨ ਕਰਵਾਇਆ। ਇਸ਼ਨਾਨ ਤੋਂ ਬਾਅਦ ਉਸ ਨੂੰ ਗਰਮ ਕੱਪੜੇ ਵਿੱਚ ਲਪੇਟ ਕੇ ਇੱਕ ਬਿਸਤਰੇ ਉੱਤੇ ਲਿਟਾ ਦਿੱਤਾ। ਇਸ ਤਰੀਕੇ ਨਾਲ ਉਸ ਦੇ ਸਰੀਰ ਨੂੰ ਗਰਮੈਸ਼ ਦੇਣੀ ਸੀ ਅਤੇ ਪਸੀਨਾ ਲਿਆਉਣਾ ਸੀ। ਅੱਸੂ ਦਾ ਮਹੀਨਾ ਸੀ, ਉਹ ਬਹੁਤ ਗਰਮੀ ਮਹਿਸੂਸ ਕਰ ਰਹੀ ਸੀ। ਫਿਰ ਥੋੜ੍ਹੀ ਦੇਰ ਬਾਅਦ ਕਮਰੇ ਵਿੱਚੋਂ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਅਤੇ ਮੈਂ ਉਸ ਦੇ ਕੋਲ ਕੁਰਸੀ ਲੈ ਕੇ ਬੈਠ ਗਿਆ। ਫਿਰ ਮੈਂ ਉਸ ਨੂੰ ਗੁਰਬਾਣੀ ਉੱਤੇ ਸ਼ਰਧਾ ਰੱਖਣ ਵਾਲੀਆਂ 1-2 ਸਾਖੀਆਂ ਸੁਣਾਈਆਂ ਅਤੇ ਉਸ ਤੋਂ ਬਾਅਦ ਉਸ ਨੂੰ ਕਾਫੀ ਦੇਰ ਤੱਕ ਮੂਲ ਮੰਤਰ ਦਾ ਪਾਠ ਸੁਣਾਉਂਦਾ ਰਿਹਾ। ਉਹ ਬਹੁਤ ਹੀ ਪ੍ਰੇਮ ਦੇ ਨਾਲ ਸਾਖੀਆਂ ਅਤੇ ਪਾਠ ਸੁਣਦੀ ਰਹੀ। ਇਸ ਤਰ੍ਹਾਂ ਸ਼ਾਮ ਤੋਂ ਬਾਅਦ ਕਾਫੀ ਰਾਤ ਹੋ ਗਈ ਸੀ।
ਫਿਰ ਮੈਂ ਉਸੇ ਤਰ੍ਹਾਂ ਛੋਟੇ ਛੋਟੇ ਕਾਗਜ਼ਾਂ ਉੱਤੇ 8 ਵਾਰ ਮੂਲ ਮੰਤਰ ਲਿਖਿਆ ਅਤੇ ਆਖਿਆ ਕਿ ਹੁਣ ਹਰ ਰੋਜ਼ ਸਵੇਰੇ ਉੱਠ ਕੇ ਇੱਕ ਮੂਲ ਮੰਤਰ ਨੂੰ ਇੱਕ ਗਲਾਸ ਪਾਣੀ ਵਿੱਚ ਘੋਲਣਾ ਹੈ ਅਤੇ ਫਿਰ ਉਹ ਅੱਧਾ ਜਲ ਨਹਾਉਣ ਵਾਲੇ ਪਾਣੀ ਵਿੱਚ ਪਾ ਦੇਣਾ ਅਤੇ ਬਾਕੀ ਅੱਧਾ ਨਹਾਉਣ ਤੋਂ ਬਾਅਦ ਛਕ ਲੈਣਾ। ਜਿਹੜਾ ਅੱਧਾ ਗਲਾਸ ਜਲ ਬਚਿਆ ਸੀ ਉਹ ਇਸ਼ਨਾਨ ਕਰਨ ਤੋਂ ਬਾਅਦ ਛਕ ਲੈਣਾ। ਫਿਰ ਅੱਧਾ ਘੰਟਾ ਬੈਠ ਕੇ ਮੂਲ ਮੰਤਰ ਦਾ ਪਾਠ ਕਰਨਾ ਹੈ। ਇਸ ਤਰ੍ਹਾਂ ਪੂਰਾ ਇੱਕ ਹਫ਼ਤਾ ਕਰਨਾ ਹੈ। ਵਾਹਿਗੁਰੂ ਜੀ ਕਿਰਪਾ ਕਰਨਗੇ। ਅਸੀਂ ਰਾਤ ਉੱਥੇ ਹੀ ਰਹੇ ਅਤੇ ਸਵੇਰੇ ਜਲ ਪਾਣੀ ਛਕ ਕੇ ਵਾਪਸ ਆ ਗਏ। ਬੱਬਣ ਸਾਨੂੰ ਛੱਡ ਗਿਆ ਸੀ। ਆਉਣ ਲੱਗਿਆਂ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਕਿ ਪੂਰੀ ਸ਼ਰਧਾ ਤੇ ਪ੍ਰੇਮ ਨਾਲ ਇਸ ਰੀਤੀ ਨੂੰ ਨਿਭਾਉਣਾ ਹੈ ਅਤੇ ਕੇਸਰ ਨਾਲ ਲਿਖੇ ਮੂਲ ਮੰਤਰ ਨੂੰ ਦੇਖ ਕੇ ਪਾਠ ਕਰਦੇ ਰਹਿਣਾ। ਗੁਰੂ ਨਾਨਕ ਸਾਹਿਬ ਜੀ ਮਿਹਰ ਕਰਨਗੇ ਅਤੇ ਇਹ ਬੀਬੀ ਇੱਕ ਹਫ਼ਤੇ ਬਾਅਦ ਆਪਣੇ ਪੈਰਾਂ ਉੱਤੇ ਚੱਲ ਕੇ ਆਪ ਸਾਡੇ ਕੋਲ ਆਏਗੀ। ਇੱਕ ਹਫ਼ਤੇ ਬਾਅਦ ਬੱਬਣ ਆਪਣੀ ਜੀਪ ਲੈ ਕੇ ਸਾਡੇ ਕੋਲ ਆਇਆ। ਉਸਨੇ ਆਪਣੀ ਜੀਪ ਮੇਰੇ ਤੋਂ ਕਾਫੀ ਦੂਰ ਖੜੀ ਕਰ ਦਿੱਤੀ ਸੀ। ਸ਼ਾਇਦ ਉਹ ਪਰਮਜੀਤ ਨੂੰ ਦੂਰੋਂ ਤੋਰ ਕੇ ਲਿਆਉਣਾ ਚਾਹੁੰਦਾ ਸੀ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਂ ਦੇਖਿਆ ਕਿ ਉਹ ਬੀਬੀ ਪਰਮਜੀਤ ਕੌਰ ਆਪਣੇ ਆਪ ਚੱਲ ਕੇ ਮੇਰੇ ਪਾਸ ਆ ਰਹੀ ਸੀ। ਉਹ ਤੁਰ ਤਾਂ ਹੌਲੀ ਹੌਲੀ ਰਹੀ ਸੀ ਪਰ ਬਿਨਾਂ ਸਹਾਰੇ ਤੋਂ ਚੱਲ ਰਹੀ ਸੀ। ਉਸ ਬੀਬੀ ਨੇ ਮੇਰੇ ਕੋਲ ਆ ਕੇ ਗੱਜ ਕੇ ਗੁਰੂ ਫਤਿਹ ਬੁਲਾਈ। ਬੱਬਣ ਨੇ ਮੈਨੂੰ ਜੱਫੀ ਪਾ ਲਈ ਅਤੇ ਰੋਣ ਲੱਗਾ। ਮੈਂ ਉਸ ਨੂੰ ਚੁੱਪ ਕਰਾ ਰਿਹਾ ਸੀ ਪਰ ਉਹ ਵਾਰ-ਵਾਰ ਕਹਿ ਰਿਹਾ ਸੀ ਕਿ ਤੁਸੀਂ ਨਾ ਹੁੰਦੇ ਤਾਂ ਮੇਰਾ ਘਰ ਬਰਬਾਦ ਹੋ ਜਾਣਾ ਸੀ। ਮੇਰੇ 4 ਸਾਲ ਦੇ ਬੱਚੇ ਨੂੰ ਕੌਣ ਸਾਂਭਦਾ? ਮੇਰੀ ਪਤਨੀ ਨੇ ਕਦੇ ਵੀ ਠੀਕ ਨਹੀਂ ਹੋਣਾ ਸੀ। ਫਿਰ ਮੈਂ ਉਸ ਨੂੰ ਅਤੇ ਸਾਰਿਆਂ ਨੂੰ ਬੜੇ ਪਿਆਰ ਨਾਲ ਬਿਠਾਇਆ ਅਤੇ ਸਮਝਾਇਆ ਕਿ ਇਹ ਕ੍ਰਿਸ਼ਮਾ ਵਾਹਿਗੁਰੂ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਨੇ ਆਪ ਕੀਤਾ। ਮੇਰਾ ਤਾਂ ਇੱਕ ਬਹਾਨਾ ਹੈ, ਜਾਂ ਐਂ ਕਹਿ ਲਵੋ ਮੈਂ ਤਾਂ ਇੱਕ ਜ਼ਰੀਆ ਹਾਂ। ਕਰਨ ਵਾਲੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਹੀ ਹਨ। ਉਹ ਆਪਣੇ ਨਾਲ ਬਹੁਤ ਸਾਰੇ ਫਲ ਫਰੂਟ ਲੈ ਕੇ ਆਏ ਸਨ। ਉਹ ਪ੍ਰਸ਼ਾਦਾ ਵੀ ਤਿਆਰ ਕਰਕੇ ਲਿਆਏ ਸਨ। ਬੱਬਣ ਨੇ ਦੱਸਿਆ ਕਿ ਇਹ ਪ੍ਰਸ਼ਾਦਾ ਪਰਮਜੀਤ ਨੇ ਆਪਣੇ ਹੱਥਾਂ ਨਾਲ ਤਿਆਰ ਕੀਤਾ। ਪਹਿਲਾਂ ਤੁਸੀਂ ਛਕੋ ਅਤੇ ਫਿਰ ਅਸੀਂ ਸੰਗਤ ਸਮੇਤ ਛਕਾਂਗੇ। ਮੈਂ ਕਿਹਾ ਨਹੀਂ, ਆਪਾਂ ਸਾਰੇ ਮਿਲ ਕੇ ਛਕਦੇ ਹਾਂ, ਪਰ ਪਹਿਲਾਂ ਇਸ ਪ੍ਰਸ਼ਾਦੇ ਦਾ ਭੋਗ ਗੁਰੂ ਨਾਨਕ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਵਾਓ। ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦ ਭੋਗ ਲੱਗ ਗਿਆ ਤਾਂ ਅਸੀਂ ਸਾਰਿਆਂ ਨੇ ਮਿਲ ਬੈਠ ਕੇ ਲੰਗਰ ਛਕਿਆ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਇੱਕ ਹਫ਼ਤਾ ਹੋਰ ਮੂਲ ਮੰਤਰ ਨਾਲ ਇਸ਼ਨਾਨ ਕਰੋ ਅਤੇ ਮੂਲ ਮੰਤਰ ਦਾ ਪਾਠ ਹਮੇਸ਼ਾ ਕਰਦੇ ਰਹੋ ਅਤੇ ਹਰ ਰੋਜ਼ 8 ਪਹਿਰਾਂ ਤੋਂ ਬਾਅਦ 8 ਪਹਿਰੀ ਸ਼ਾਮ ਵੇਲੇ ਗੁਰੂ ਜੀ ਨੂੰ ਪ੍ਰਸ਼ਾਦੇ ਦਾ ਭੋਗ ਲਵਾਉਣਾ ਸ਼ੁਰੂ ਕਰੋ। ਤੁਹਾਡੇ ਘਰ ਦੇ ਵਿੱਚ ਕੋਈ ਪੂਜਾ ਸਥਲ ਬਣਿਆ ਹੋਵੇਗਾ
ਜਿੱਥੇ ਤੁਸੀਂ ਕਿਸੇ ਟਾਂਡ ਸਲੀਪ ਤੇ ਫੋਟੋ ਰੱਖ ਕੇ ਧੂਪ ਬੱਤੀ ਕਰਦੇ ਹੋਵੋਗੇ, ਗੁਰੂ ਨਾਨਕ ਸਾਹਿਬ ਦੀ ਫੋਟੋ ਹੋਵੇਗੀ ਜਾਂ ਗੁਟਕਾ ਸਾਹਿਬ ਰੱਖਿਆ ਹੋਣਾ ਹੈ ਇੱਕ ਵੱਖਰੀ ਜਗ੍ਹਾ ਤੇ ਉੱਚੀ ਥਾਂ ਤੇ। ਬਸ ਤੁਸੀਂ ਸ਼ਾਮ ਨੂੰ ਪ੍ਰਸ਼ਾਦਾ ਤਿਆਰ ਕਰਕੇ ਸਭ ਤੋਂ ਪਹਿਲਾਂ ਉਸ ਜਗ੍ਹਾ ਤੇ ਰੱਖ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਨੀ ਕਿ ਸਤਿਗੁਰੂ ਜੀ ਲੰਗਰ ਤਿਆਰ ਹੈ, ਛਕ ਲਵੋ। ਫਿਰ 5 ਵਾਰੀ ਮੂਲ ਮੰਤਰ ਦਾ ਪਾਠ ਕਰਕੇ ਉਹ ਪ੍ਰਸ਼ਾਦਾ ਚੁੱਕ ਲਿਆਓ। ਲਿਆ ਕੇ ਸਬਜ਼ੀ ਵਿੱਚ ਸਬਜ਼ੀ ਮਿਲਾ ਦਿਓ, ਜਲ ਵਿੱਚ ਪੀਣ ਵਾਲੇ ਜਲ ਵਿੱਚ ਜਲ ਮਿਲਾ ਦਿਓ ਅਤੇ ਪ੍ਰਸ਼ਾਦਿਆਂ ਦੇ ਵਿੱਚ ਪ੍ਰਸ਼ਾਦੇ ਰੱਖ ਕੇ ਫਿਰ ਸਾਰਾ ਪਰਿਵਾਰ ਛਕੋ। ਪਹਿਲਾਂ ਕਿਸੇ ਨੇ ਨਹੀਂ ਛਕਣਾ। ਸੋ ਇਸ ਤਰ੍ਹਾਂ ਮੇਰੇ ਕਹਿਣ ਦੇ ਨਾਲ ਉਹਨਾਂ ਨੇ ਆਪਣੇ ਘਰ ਵਿੱਚ ਪ੍ਰਸ਼ਾਦੇ ਦਾ ਭੋਗ ਲਵਾਉਣਾ ਵੀ ਸ਼ੁਰੂ ਕਰ ਦਿੱਤਾ। ਥੋੜ੍ਹੇ ਸਮੇਂ ਬਾਅਦ ਯਾਨੀ ਕਿ ਅਗਲੇ ਹਫ਼ਤੇ ਤੱਕ ਪਰਮਜੀਤ ਘਰ ਦੇ ਸਾਰੇ ਕੰਮ ਕਰਨ ਲੱਗ ਗਈ ਸੀ। ਚੰਗੇ ਘਰ ਦੇ ਸਨ, ਭਾਵੇਂ ਨੌਕਰ ਚਾਕਰ ਸਨ, ਉਸ ਦੀ ਇੱਕ ਦਰਾਣੀ ਵੀ ਸੀ, ਪਰ ਉਹ ਕਈ ਕੰਮ ਆਪ ਹੀ ਕਰਦੀ ਸੀ ਜੋ ਰੂਟੀਨ ਵਿੱਚ ਪਹਿਲਾਂ ਕਰਦੀ ਹੁੰਦੀ ਸੀ। ਇਸ ਤਰ੍ਹਾਂ ਰੂਟੀਨ ਵਾਲੇ ਕੰਮ ਆਪਣੇ ਘਰ ਦੇ ਵਿੱਚ ਆਪ ਕਰਨ ਲੱਗ ਗਈ। ਇੱਕ ਹਫ਼ਤੇ ਵਿੱਚ ਟੋਟਲ ਉਹਨੂੰ 2 ਹਫ਼ਤੇ ਲੱਗੇ ਠੀਕ ਹੋਣ ਦੇ ਵਿੱਚ। ਸੋ ਗੁਰੂ ਪਿਆਰੀ ਸਤ ਸੰਗਤ ਜੀ, ਇਹ ਸੀ ਮੂਲ ਮੰਤਰ ਦੀ ਕਰਾਮਾਤ। ਇਸ ਤਰ੍ਹਾਂ ਸ਼ਰਧਾ ਰੱਖਣ ਨਾਲ ਮੂਲ ਮੰਤਰ ਦੀ ਕਲਾ ਜਗਤ ਜਾਹਰਾ ਵਰਤਦੀ ਹੈ। ਮੂਲ ਮੰਤਰ ਸਰੀਰ ਦੇ ਕਠਨ ਤੋਂ ਕਠਨ ਰੋਗਾਂ ਦਾ ਨਾਸ਼ ਕਰਦਾ ਹੈ। ਚੰਗੇ ਮਨੁੱਖਾਂ ਦੀ ਸੰਗਤ ਕਰਕੇ ਜਾਂ ਗੁਰੂ ਘਰ ਦੀ ਸੰਗਤ ਕਰਕੇ ਆਪਣੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਆਪਣੇ ਮਨ ਵਿੱਚ ਸ਼ਰਧਾ ਪੈਦਾ ਕਰੋ ਅਤੇ ਬਾਣੀ ਪੜ੍ਹ ਕੇ ਬਿਮਾਰੀਆਂ ਤੋਂ ਛੁਟਕਾਰਾ ਪਾਓ। ਸੋ ਪਿਆਰੀ ਸਾਧ ਸੰਗਤ ਜੀ, ਇਹ ਸੀ ਮੂਲ ਮੰਤਰ ਦੀ ਪਾਵਰ ਆਫ ਗੁਰਬਾਣੀ। ਇਸ ਮੂਲ ਮੰਤਰ ਦੀ ਪਾਵਰ ਦੇ ਨਾਲ ਇੱਕ ਬੀਬੀ ਦਾ ਜਕੜਿਆ ਹੋਇਆ ਸਰੀਰ, ਜੁੜਿਆ ਹੋਇਆ ਸਰੀਰ 2 ਹਫ਼ਤਿਆਂ ਦੇ ਵਿੱਚ ਠੀਕ ਹੋ ਗਿਆ। ਵਾਹਿਗੁਰੂ ਨੇ ਕਿਰਪਾ ਕੀਤੀ। ਇਹ ਉਸ ਦਾ ਵਿਸ਼ਵਾਸ ਸੀ, ਉਸ ਦੀ ਸ਼ਰਧਾ ਸੀ ਜੋ ਉਸ ਨੇ ਗੁਰੂ ਸਾਹਿਬ ਜੀ ਦੇ ਉੱਪਰ ਰੱਖੀ, ਮੂਲ ਮੰਤਰ ਦੇ ਉੱਪਰ ਰੱਖੀ। ਸੋ ਪਿਆਰੇ ਦੋਸਤੋ, ਇਸ ਤਰ੍ਹਾਂ ਦੀਆਂ ਸੱਚੀਆਂ ਗਾਥਾਵਾਂ, ਸੱਚੀਆਂ ਗੱਲਾਂ, ਸੱਚੀਆਂ ਕਹਾਣੀਆਂ ਜੋ ਗੁਰਬਾਣੀ ਦੀ ਸ਼ਕਤੀ ਦੇ ਨਾਲ ਸੰਬੰਧਿਤ ਹਨ, ਜੋ ਮੂਲ ਮੰਤਰ ਦੀ ਪਾਵਰ ਦੇ ਨਾਲ ਸੰਬੰਧਿਤ ਹਨ, ਮੇਰੇ ਆਪਣੇ ਹੱਥੀਂ ਅਤੇ ਮੇਰੀਆਂ ਅੱਖਾਂ ਦੇ ਵੇਖਣ ਦੇ ਨਾਲ ਵਾਪਰੀਆਂ ਹਨ। ਉਹ ਆਪ ਜੀ ਦੇ ਨਾਲ ਸਮੇਂ ਸਮੇਂ ਅਨੁਸਾਰ ਸਾਂਝੀਆਂ ਕਰਦੇ ਰਹਾਂਗੇ। ਪਰ ਤੁਸੀਂ, ਸਾਡਾ ਚੈਨਲ ਨਵਾਂ ਹੈ, ਇਸ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਬਹੁਤ ਸਾਰੇ ਲੋਕਾਂ ਤੱਕ ਪਹੁੰਚਾਓ ਤਾਂ ਕਿ ਬਹੁਤ ਸਾਰੇ ਲੋਕ ਇਸ ਦਾ ਲਾਹਾ ਲੈ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।